ਜਗਮੋਹਨ ਸਿੰਘ ਪੱਟੀ ਐਡਵੋਕੇਟ ਦਿਲ ਦੀਆਂ ਗੱਲਾਂ YouTube ਚੈਨਲ ਦੇ ਉੱਤੇ ਅੱਜ ਤੁਹਾਡੇ ਨਾਲ ਕੋਈ ਸਾਂਝਾਂ ਪਾਉਣ ਲੱਗਾ, ਕੁਝ ਸਰਕਾਰ ਦੀਆਂ ਸਾਂਝਾਂ ਪਾਉਣ ਲੱਗਾ ਤੇ ਕਈਆਂ ਦੇ ਮਾਂਜੇ ਲਾਉਣ ਲੱਗਾ। ਅੱਜ ਇਸ ਤਰ੍ਹਾਂ ਲੱਥਣਗੇ ਮਾਂਜੇ ਕਿ ਤੁਸੀਂ ਇਹ ਦੇਖੋ, ਪ੍ਰਾਪਤੀਆਂ ਕਿਸੇ ਦੀਆਂ ਤੇ ਸਿਹਰੇ ਕਿਸੇ ਦੇ। ਇਹ ਤੁਸੀਂ ਕਹੋਗੇ ਵੀ ਇਹ ਕੀ ਹੋ ਗਿਆ। ਇਹ ਜਿਹੜੀਆਂ ਓਲੰਪਿਕ ਖੇਡਾਂ ਟੋਕੀਓ ਦੇ ਵਿੱਚ ਹੋ ਰਹੀਆਂ, ਟੋਕੀਓ ਸ਼ਹਿਰ ਜਾਪਾਨ ਦਾ ਇੱਕ ਮਸ਼ਹੂਰ ਸ਼ਹਿਰ ਹੈ ਜਿਹਦੇ ਵਿੱਚ ਦੁਨੀਆ ਭਰ ਦੀਆਂ ਓਲੰਪਿਕਸ ਦੀਆਂ ਖਿਡਾਰਨਾਂ ਟੀਮਾਂ ਕਈ ਲੋਕ ਉੱਥੇ ਆਏ ਹੋਏ ਨੇ, ਕੋਚ ਵੀ ਆਏ ਨੇ ਜਿਹੜੇ ਕਿ ਆਪਣੇ ਆਪਣੇ ਉੱਥੇ ਜ਼ੋਰ ਦਿਖਾ ਰਹੇ ਨੇ, ਫਿਜ਼ੀਕਲ ਤਾਕਤ ਦਾ ਜਿਹੜਾ ਮੁਜ਼ਾਹਰਾ ਕਰ ਰਹੇ ਨੇ। ਖੇਡਾਂ ਜਿਹੜੀਆਂ ਹੁੰਦੀਆਂ ਫਿਜ਼ੀਕਲ ਤਾਕਤ ਦਾ ਹੀ ਮੁਜ਼ਾਹਰਾ ਹੁੰਦੀਆਂ, ਜਿਸਮਾਨੀ ਤਾਕਤ, ਜਿਸਮਾਨੀ ਜਿਹੜੀ ਹੈ ਉਹਨਾਂ ਦੀ ਬਣਤਰ, ਜਿਸਮਾਨੀ ਉਹਨਾਂ ਦੀ ਤੰਦਰੁਸਤੀ ਜਿਹੜੀ ਹੈ, ਇਹ ਚੀਜ਼ਾਂ ਵਜ਼ਨ ਰੱਖਦੀਆਂ ਇਹਨਾਂ ਖੇਡਾਂ ਦੇ ਵਿੱਚ। ਇਹ ਤੁਹਾਨੂੰ ਸਾਰੀ ਚੀਜ਼ ਪਤਾ ਹੈ ਤੇ ਤੁਹਾਨੂੰ ਇੱਕ ਚੀਜ਼ ਜਿਹੜੀ ਹੈ ਸ਼ਾਇਦ ਬੜੇ ਘੱਟ ਲੋਕਾਂ ਤੱਕ ਸੈਨਾਂ ਤੱਕ ਪਹੁੰਚੀ ਹੋਏਗੀ ਕਿ ਸਾਡੇ ਕਿਰਨ ਰਿਜੂ ਜੀ ਇੱਕ ਮੋਦੀ ਮੰਤਰੀ ਮੰਡਲ ਦੇ ਵਿੱਚ ਇੱਕ ਮੰਤਰੀ ਨੇ। ਉਹਨਾਂ ਨੇ ਜਿਹੜੀ ਸਾਡੀ ਇੱਕ ਵਿਜੇਤਾ ਖਿਡਾਰੀ ਹੈ ਰਜਤ ਪਦਕ ਦੀ, ਉਸ ਦਾ ਨਾਮ ਕੀ ਹੈ? ਉਸ ਦਾ ਨਾਮ ਹੈ ਸਾਈ ਖੋਮ ਮੀਰਾਬਾਈ ਚਾਨੂ। ਉਸ ਦੇ ਉੱਤੇ 26 ਜੁਲਾਈ ਨੂੰ ਉਹਨਾਂ ਨੇ ਇੱਕ ਬੜਾ ਵੱਡਾ ਸਮਾਗਮ ਕਰਕੇ ਇਹ ਕਿਹਾ ਮੋਦੀ ਜੀ ਦਾ ਧੰਨਵਾਦ ਹੈ ਉਹਨੂੰ ਰਜਤ ਪਦਕ ਦਿਲਾਉਣ ਦੇ ਵਿੱਚ। ਜੇ ਉਹਨੂੰ ਰਜਤ ਪਦਕ ਦਿਲਾਉਣ ਦੇ ਵਿੱਚ ਮੋਦੀ ਜੀ ਦਾ ਏਡਾ ਵੱਡਾ ਹੱਥ ਹੈ ਤਾਂ ਫਿਰ ਭਾਰਤ ਦੇ ਜਿੰਨੇ ਖਿਡਾਰੀ ਗਏ ਨੇ ਉਹਨਾਂ ਸਾਰਿਆਂ ਨੂੰ ਰਜਤ ਜਾਂ ਸਵਰਨ ਪਦਕ ਕਿਉਂ ਨਹੀਂ ਮਿਲਿਆ? ਇਹ ਕੀ ਉਹਨਾਂ ਨੇ ਜਿਹੜੀ ਹੈ ਚਾਨੂ ਬੇਟੀ ਉਸ ਦਾ ਮਾਣ ਕੀਤਾ, ਸਨਮਾਨ ਕੀਤਾ ਜਾਂ ਅਪਮਾਨ ਕੀਤਾ? ਤੁਸੀਂ ਇਸ ਤੋਂ ਅੰਦਾਜ਼ਾ ਖੁਦ ਲਾ ਲਓ। ਇਹਦੇ ਵਿੱਚ ਇਹ ਦੇਖਿਆ ਜਾ ਸਕਦਾ ਹੈ, ਸੋਚਿਆ ਜਾ ਸਕਦਾ ਹੈ, ਸਮਝਿਆ ਜਾ ਸਕਦਾ ਹੈ ਕਿ ਜੋ ਇਹ ਫੰਕਸ਼ਨ ਕੀਤਾ ਕਿਰਨ ਰਿਜੂ ਜੀ ਨੇ, ਉਹਨਾਂ ਨੇ ਆਪਣਾ ਜਿਹੜਾ ਹੱਥ ਠੋਕਾ ਹੋਣ ਦਾ ਗੁਲਾਮ ਦਾ ਸਬੂਤ ਦਿੱਤਾ ਮੋਦੀ ਸਰਕਾਰ ਦਾ, ਜਾਂ ਕੀ ਕੀਤਾ? ਕੀ ਇਹ ਕੈਬਨਿਟ ਵੀ ਜਿਹੜੀ ਹੈ ਇਹ ਵੀ ਕਿਡਨੈਪ ਹੋ ਚੁੱਕੀ ਹੈ ਜਾਂ ਹਾਈਜੈਕ ਹੋ ਚੁੱਕੀ ਹੈ? ਇਹ ਲੋਕਾਂ ਤੱਕ ਕੀ ਸਿਗਨਲ ਪਹੁੰਚਿਆ? ਤੁਸੀਂ ਇਸ ਦਾ ਅੰਦਾਜ਼ਾ ਖੁਦ ਲਗਾ ਲਓ। ਔਰ ਜਿਹੜੇ ਹੋਰ ਖਿਡਾਰੀ ਰਜਤ ਪਦਕ ਜਾਂ ਸਵਰਨ ਪਦਕ ਜਿੱਤ ਕੇ ਆਉਣਗੇ ਉਹਨਾਂ ਦਾ ਵੀ ਜਿਹੜਾ ਇਸੇ ਤਰ੍ਹਾਂ ਹੀ ਮਾਨ ਸਨਮਾਨ ਕੀਤਾ ਜਾਏਗਾ। ਅਤੇ ਜਿਹੜੇ ਖਿਡਾਰੀਆਂ ਨੂੰ ਰਜਤ ਪਦਕ ਜਾਂ ਸਵਰਨ ਪਦਕ ਨਹੀਂ ਦਿੱਤੇ ਜਾਣਗੇ ਜਾਂ ਮਿਲਣਗੇ ਜਾਂ ਜੋ ਵੀ ਹੈ, ਮੈਂ ਕਹਿੰਦਾ ਮਾਲਕ ਕਰੇ ਦੇਸ਼ ਦੀ ਸਾਡੀ ਜਿਹੜੀ ਹੈ ਏਕਤਾ ਅਤੇ ਅਖੰਡਤਾ ਬਰਕਰਾਰ ਰਵੇ ਤੇ ਸਾਰੀ ਜਿੰਨੀ ਟੀਮ ਸਾਡੀ ਖਿਡਾਰੀਆਂ ਦੀ ਗਈ ਹੈ ਰਜਤ ਪਦਕ ਮੋਦੀ ਸਾਹਿਬ ਦਿਵਾਉਣ ਦਾ, ਉਹਨੂੰ ਯਤਨ ਕਰਨ ਤੇ ਭਾਰਤ ਮੋਦੀ ਸਾਹਿਬ ਤੇ ਮੋਦੀ ਸਾਹਿਬ ਦੀ ਕੈਬਨਿਟ ਦਾ ਆਭਾਰੀ ਹੋਏਗਾ। ਜੇ ਇਹ ਕਿਸੇ ਵੀ ਤਰ੍ਹਾਂ ਚੁੱਕ ਗਏ ਪਦਕ ਲੈਣ ਤੋਂ ਤਾਂ ਮੇਰਾ ਖਿਆਲ ਹੈ ਫਿਰ ਮੋਦੀ ਸਾਹਿਬ ਇਸ ਦਾ ਸਿਹਰਾ ਵੀ ਆਪਣੇ ਸਿਰ ਤੇ ਲੈਣਗੇ ਵੀ ਮੋਦੀ ਸਾਹਿਬ ਨਾਕਾਮਯਾਬ ਰਹੇ ਨੇ ਇਹਨਾਂ ਲੋਕਾਂ ਨੂੰ ਰਜਤ ਪਦਕ ਦਿਵਾਉਣ ਵਿੱਚ ਜਾਂ ਸਵਰਨ ਪਦਕ ਦਿਵਾਉਣ ਵਿੱਚ ਜਾਂ ਕਾਂਸੀ ਪਦਕ ਦਿਵਾਉਣ ਦੇ ਵਿੱਚ। ਇੱਥੇ ਇੱਕ ਗੱਲ ਮੈਂ ਹੋਰ ਕਰਦਿਆਂ ਤੁਹਾਡੇ ਨਾਲ, ਉਹ ਇਹ ਹੈ ਕਿ ਜਿਹੜੇ 12 ਵਾਈਸ ਚਾਂਸਲਰ ਸੈਂਟਰਲ ਯੂਨੀਵਰਸਿਟੀਆਂ ਦੇ ਲਗਾਏ ਗਏ ਨੇ ਔਰ ਕਿਸ ਹਿਸਾਬ ਨਾਲ ਲਗਾਏ ਗਏ ਨੇ, ਕਿਹੜੀਆਂ ਉਹਨਾਂ ਦੀਆਂ ਮਾਨਕਤਾ ਜਾਂ ਪ੍ਰਮਾਣਿਕਤਾ ਦੀਆਂ ਡਿਗਰੀਆਂ ਰੱਖੀਆਂ ਗਈਆਂ, ਸੁਪਰੀਮ ਕੋਰਟ ਦੇ ਆਰਡਰਾਂ ਦੀਆਂ ਕਿਵੇਂ ਧੱਜੀਆਂ ਉਡਾਈਆਂ ਗਈਆਂ ਕਿ ਵਾਈਸ ਚਾਂਸਲਰ ਦੀ ਸਿਲੈਕਸ਼ਨ ਜਿਹੜੀ ਉਹ ਕਿਵੇਂ ਤੇ ਕਿਸ ਹਿਸਾਬ ਨਾਲ ਹੋਣੀ ਹੈ, ਆਫਿਸਰ ਦੀ ਸਿਲੈਕਸ਼ਨ ਕਿਵੇਂ ਹੋਣੀ ਹੈ, IAS ਆਫਿਸਰ ਦੀ ਸਿਲੈਕਸ਼ਨ ਕਿਵੇਂ ਹੋਣੀ ਹੈ। ਇਹਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੇ ਦਿਸ਼ਾ ਨਿਰਦੇਸ਼ ਹਦਾਇਤਾਂ ਜਾਂ ਆਦੇਸ਼ ਜਾਰੀ ਕੀਤੇ ਹੋਏ ਨੇ, ਮੋਦੀ ਸਰਕਾਰ ਨੇ ਉਹਨਾਂ ਵਿੱਚ ਵੀ ਪੂਰਾ ਯੋਗਦਾਨ ਪਾਇਆ। ਉਹਨਾਂ ਜਿਹੜੇ ਆਦੇਸ਼ਾਂ ਨੇ ਸੁਪਰੀਮ ਕੋਰਟ ਦੇ ਹੁਕਮ ਨੇ ਉਹਨਾਂ ਦੀ ਅਦੂਲੀ ਕਰਨ ਦੇ ਵਿੱਚ। ਇਹਦੇ ਉੱਤੇ ਵੀ ਇੱਕ ਬੜਾ ਵੱਡਾ ਜਿਹੜਾ ਸਮਾਗਮ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਦੇਸ਼ ਦੇ ਲੋਕਾਂ ਨੂੰ ਦੱਸਿਆ ਜਾਣਾ ਜ਼ਰੂਰੀ ਹੈ ਕਿ ਮੋਦੀ ਸਾਹਿਬ ਨੇ ਸੁਪਰੀਮ ਕੋਰਟ ਦੇ ਵੀ ਆਰਡਰ ਜਿਹੜੇ ਨੇ ਉਹਨਾਂ ਦੀ ਕਿਵੇਂ ਅਪਮਾਨ ਕੀਤਾ ਤੇ ਕਿਵੇਂ ਉਹਨਾਂ ਦੀਆਂ ਧੱਜੀਆਂ ਉਡਾਈਆਂ ਨੇ। ਇਹਦੇ ਉੱਤੇ ਵੀ ਜੇ ਕਿਰਨ ਰਿਜੂ ਦੀ ਜਾਂ ਕੋਈ ਹੋਰ ਮੰਤਰੀ ਸਾਹਿਬਾਨ ਮੋਦੀ ਸਰਕਾਰ ਦੇ ਆ ਕੇ ਜੇ ਇਹਦੇ ਉੱਤੇ ਕਰਨ, ਕੋਈ ਚਰਚਾ ਕਰਨ ਜਾਂ ਉਸੇ ਤਰ੍ਹਾਂ ਦਾ ਸਮਾਗਮ ਕਰਨ ਜਿਵੇਂ ਚਾਨੂ ਬੇਟੀ ਲਈ ਕੀਤਾ ਗਿਆ, ਮੋਦੀ ਸਾਹਿਬ ਨੂੰ ਇਹ ਲਿਖਿਆ ਹੋਇਆ ਲਾਇਆ ਗਿਆ ਵੀ ਮੋਦੀ ਸਾਹਿਬ ਦਾ ਬੜਾ ਵੱਡਾ ਹੱਥ ਹੈ ਉਸ ਨੂੰ ਰਜਤ ਪਦਕ ਦਿਲਾਉਣ ਦੇ ਵਿੱਚ। ਮੋਦੀ ਸਾਹਿਬ ਦਾ ਕੀ ਹੱਥ ਹੈ? ਮਿਹਨਤ ਤਾਂ ਜਿਹੜੀ ਹੈ ਚਾਨੂ ਬੇਟੀ ਦੀ ਹੈ, ਹਿੰਮਤ ਉਹਦੀ ਹੈ, ਹੌਸਲਾ ਉਹਦਾ, ਤੇ ਫਿਰ ਮੋਦੀ ਸਾਹਿਬ ਦਾ ਕਿਹੜਾ ਹੱਥ ਹੈ? ਵਿਦੇਸ਼ੀ ਹੱਥ ਹੈ ਜਾਂ ਦੇਸੀ ਹੱਥ ਹੈ? ਇਹ ਸਰਕਾਰ ਦੱਸਣ ਦਾ ਯਤਨ ਕਰੇਗੀ। ਮੋਦੀ ਸਾਹਿਬ ਆਪਣੇ ਮਨ ਦੀ ਬਾਤ ਦੇ ਵਿੱਚ ਇਹ ਗੱਲ ਦਾ ਜ਼ਰੂਰ ਜ਼ਿਕਰ ਕਰਿਓ। ਦੇਸ਼ ਤੁਹਾਡਾ ਅਤੀ ਧੰਨਵਾਦੀ ਹੋਏਗਾ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਤੁਸੀਂ ਇਹ ਵੀ ਕਰਕੇ ਕਰ ਸਕਦੇ ਹੋ ਕਿ ਜਿਹੜੇ 12 ਵਾਈਸ ਚਾਂਸਲਰ ਲਗਾਏ ਨੇ
ਸੈਂਟਰਲ ਯੂਨੀਵਰਸਿਟੀਆਂ ਦੇ ਉਹਨਾਂ ਨੂੰ ਵੀ ਜਿਹੜਾ ਮਾਨ ਸਨਮਾਨ ਦਿਵਾਉਣ ਦੇ ਵਿੱਚ ਮੋਦੀ ਸਾਹਿਬ ਦਾ ਇੱਕ ਬੜਾ ਵੱਡਾ ਹੱਥ ਹੈ। ਔਰ ਉਹਨਾਂ ਨੂੰ ਇਹ ਜਿਹੜਾ ਵਾਈਸ ਚਾਂਸਲਰ ਲਗਾਇਆ ਗਿਆ ਬਿਨਾਂ ਕਿਸੇ ਗੱਲ ਦੇ। ਤੇ ਜਿਹੜੇ ਇੱਕ ਉੱਚ ਅਹੁਦਿਆਂ ਤੇ ਬਰਾਦਮਾਨ ਨੇ, ਸਾਡੇ ਸਪੀਕਰ ਸਾਹਿਬਾਨ ਵੀ ਨੇ, ਉਹਨਾਂ ਬਾਰੇ ਵੀ ਮੈਂ ਗੱਲ ਕਰ ਰਿਹਾ। ਲੋਕ ਸਭਾ ਦੇ ਸਪੀਕਰ ਬਾਰੇ, ਜਿਨ੍ਹਾਂ ਦੀ ਬੇਟੀ ਨੂੰ ਬਿਨਾਂ UPSC ਦਾ ਇਮਤਿਹਾਨ ਦਿੱਤੇ ਬਿਨਾਂ ਉਹਨੂੰ IAS ਆਫਿਸਰ ਲਗਾਇਆ ਗਿਆ। ਉਹਦੇ ਬਾਰੇ ਵੀ ਇੱਕ ਸਮਾਗਮ ਕਰਕੇ ਦੇਸ਼ ਨੂੰ ਦੱਸੋ ਨਾ ਤੁਸੀਂ ਬਈ ਮੋਦੀ ਸਾਹਿਬ ਨੂੰ, ਉਸ ਬੇਟੀ ਨੂੰ ਵੀ ਜਿਹੜਾ IAS ਬਣਵਾਉਣ ਵਿੱਚ ਕਿੱਡਾ ਵੱਡਾ ਹੱਥ ਹੈ। ਇਹ ਸਾਰੇ ਹੱਥ ਜਿਹੜੇ ਨੇ ਜ਼ਰੂਰ ਗਿਣਾਓ ਦੇਸ਼ ਦੇ ਲੋਕਾਂ ਨੂੰ। ਇਹ ਤੁਹਾਡੀਆਂ ਪ੍ਰਾਪਤੀਆਂ ਨੇ। ਇਹ ਪ੍ਰਾਪਤੀਆਂ ਜਿਹੜੀਆਂ ਗਿਣਾਉਣੀਆਂ ਬਹੁਤ ਜ਼ਰੂਰੀ ਨੇ। ਤੇ ਇੱਕ ਗੱਲ ਹੋਰ ਵੀ ਹੈ, ਦੈਨਿਕ ਭਾਸਕਰ ਦੇ ਜਿਹੜੇ ਦਫ਼ਤਰ ਨੇ, ਜਿਹੜਾ ਇੱਕ ਐਡਾ ਵੱਡਾ ਦੇਸ਼ ਦਾ ਅਦਾਰਾ ਹੈ, ਇੱਕ ਨਿਰਪੱਖ ਅਦਾਰਾ ਹੈ, ਉਹਦੇ ਉੱਤੇ ਜਿਹੜਾ ਅਟੈਕ ਹੋਇਆ, ED ਦਾ ਅਟੈਕ ਹੋਇਆ, ਇਨਕਮ ਟੈਕਸ ਦਾ ਅਟੈਕ ਹੋਇਆ ਜਾਂ ਹੋਰ ਰੇਡ ਹੋਏ ਨੇ, ਉਹਦੇ ਬਾਰੇ ਵੀ ਇਹ ਇੱਕ ਚਰਚਾ ਕੀਤੀ ਜਾਣੀ ਬਹੁਤ ਜ਼ਰੂਰੀ ਹੈ। ਸਨਮਾਨ ਸਮਾਰੋਹ ਜਿਹੜਾ ਮੋਦੀ ਸਾਹਿਬ ਦਾ ਕੀਤਾ ਜਾਣਾ ਬਹੁਤ ਜ਼ਰੂਰੀ ਹੈ, ਜਿਹਦੇ ਵਿੱਚ ਦੱਸਿਆ ਜਾਏ ਕਿ ਉਸ ਨੂੰ ਵੀ ਜਿਹੜਾ ਇਹ ਸ਼ਿਕਾਰ ਹੋਣਾ ਪਿਆ ਕਿਸ ਵਜ੍ਹਾ ਕਰਕੇ। ਪੈਗਾਸਸ ਦਾ ਉਹਨੇ ਖੁਲਾਸਾ ਕੀਤਾ ਸੀ। ਪੈਗਾਸਸ ਜਸੂਸੀ ਕਾਂਡ ਜਿਹੜਾ ਅੱਜ ਕੱਲ੍ਹ ਬੜਾ ਚਰਚਾ ਦੇ ਵਿੱਚ ਹੈ, ਉਹਦਾ ਉਹਨਾਂ ਨੇ ਖੁਲਾਸਾ ਕੀਤਾ ਸੀ। ਇਸ ਖੁਲਾਸੇ ਨੂੰ ਵੀ ਦੇਖੋ ਤੁਸੀਂ, ਉਸ ਨੂੰ ਸਮਝੋ ਤੁਸੀਂ। ਤੇ ਇਹ ਵੀ ਜਿਹੜਾ ਹੈ ਮੋਦੀ ਸਾਹਿਬ ਦੀ ਪ੍ਰਾਪਤੀ ਦੇ ਵਿੱਚ ਹੀ ਆਉਂਦਾ ਹੈ। ਇਹ ਇਸ ਤਰ੍ਹਾਂ ਦੀਆਂ ਕਿੰਨੀਆਂ ਕੁ ਹੋਰ ਪ੍ਰਾਪਤੀਆਂ ਤੁਹਾਨੂੰ ਮੈਂ ਗਿਣਾਵਾਂ, ਇਹ ਪ੍ਰਾਪਤੀਆਂ ਨਾ ਹੋ ਕੇ ਆਪਤੀਆਂ ਬਣ ਸਕਦੀਆਂ ਨੇ। ਔਰ ਇਸ ਵੇਲੇ ਜੋ ਪਾਰਲੀਮੈਂਟ ਦੇ ਵਿੱਚ ਹੋ ਰਿਹਾ, ਸਰਕਾਰ ਕੰਨੀ ਕਤਰਾ ਰਹੀ ਹੈ, ਸਰਕਾਰ ਕਿਸਾਨਾਂ ਕੋਲੋਂ ਮੂੰਹ ਦਿਖਾ ਰਹੀ ਹੈ। ਔਰ ਅਜੇ ਤੱਕ ਇਹੀ ਕਹੀ ਜਾ ਰਹੀ ਹੈ ਕਿ ਕਿਸਾਨ ਗੱਲ ਕਰਨ ਦੇ ਟੇਬਲ ਤੇ ਆਉਣ। ਕਿਸਾਨਾਂ ਨੇ ਗੱਲ ਕਰਨ ਦੇ ਟੇਬਲ ਤੇ ਕਿਵੇਂ ਜਾਣਾ? ਸ਼ਾਂਤਮਈ ਰਸਤਾ ਉਹਨਾਂ ਨੇ ਅਪਣਾਇਆ ਹੋਇਆ, ਲੋਕ ਲਹਿਰ ਬਣਾਇਆ ਹੋਇਆ। ਔਰ ਮੋਦੀ ਸਾਹਿਬ ਦੀ ਇੱਕ ਜਿਹੜੀ ਹੈ ਮੰਤਰੀ ਲੇਖੀ ਮੈਡਮ, ਉਸ ਨੂੰ ਵੀ ਮਾਨ ਸਨਮਾਨ ਦੇਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹਨਾਂ ਨੂੰ, ਉਹਨੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਆਤੰਕਵਾਦੀਆਂ ਤੋਂ, ਖਾਲਿਸਤਾਨੀਆਂ ਤੋਂ ਮਵਾਲੀ ਦਾ ਦਰਜਾ ਦੇ ਦਿੱਤਾ। ਇਹ ਵੀ ਇੱਕ ਪ੍ਰਾਪਤੀ ਮੋਦੀ ਸਾਹਿਬ ਦੀ ਵੀ ਕਹੀ ਜਾ ਸਕਦੀ ਹੈ, ਕਿਉਂਕਿ ਜਿਹੜੀ ਲੇਖੀ ਮੈਡਮ ਹੈ ਮੰਤਰੀ, ਜਿਹੜੀ ਨਵੀਂ ਬਣੀ ਹੈ 43 ਦੇ ਵਿੱਚ, ਜਿਹੜੇ ਨਵੇਂ 43 ਮੰਤਰੀ ਸਨ ਉਹਨਾਂ ਨੇ ਸਹੁੰ ਚੁੱਕੀ ਹੈ, ਉਸ ਦਾ ਵੀ ਇਹ ਇੱਕ ਬੜਾ ਵੱਡਾ ਹੱਥ ਹੈ ਕਿ ਜਿਹੜੀ ਪਰਿਭਾਸ਼ਾ ਹੈ ਉਸ ਨੂੰ ਕਿਵੇਂ ਕਿਸਾਨਾਂ ਪ੍ਰਤੀ ਬਦਲਿਆ ਗਿਆ। ਇਸ ਦੇ ਬਾਰੇ ਵੀ ਇੱਕ ਬੜੀ ਵੱਡੀ ਗੱਲ ਹੈ। ਤੇ ਮੈਂ ਕਹਿੰਦਾ ਇੱਕ ਚਲਦੇ ਚਲਦੇ ਹੋਰ ਵੀ ਗੱਲ ਕਰਨੀ ਜਾਵੇ, ਜੇ ਮੋਦੀ ਸਾਹਿਬ ਦੀਆਂ ਇੰਨੀਆਂ ਪ੍ਰਾਪਤੀਆਂ ਤੇ ਮੋਦੀ ਸਾਹਿਬ ਇੱਕ ਪ੍ਰਾਪਤੀ ਹੋਰ ਵੀ ਕਰਨ, ਜਿਹਦੇ ਵਿੱਚ ਇਹ ਦੱਸਿਆ ਜਾਏ ਦੇਸ਼ ਦੇ ਲੋਕਾਂ ਨੂੰ ਕਿ ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਕਿਤੇ ਹੱਥਾਂ ਵਿੱਚ ਚਲਾ ਗਿਆ ਜਾਂ ਗਿਰਵੀ ਹੋ ਗਿਆ, ਇਹ ਵੀ ਜੇ ਦੱਸਣ ਦਾ ਯਤਨ ਜਾਂ ਉਪਰਾਲਾ ਕੀਤਾ ਜਾਏ ਤੇ ਇਹ ਵੀ ਮੋਦੀ ਸਾਹਿਬ ਦੀ ਇੱਕ ਵੱਡੀ ਪ੍ਰਾਪਤੀ ਗਿਣੀ ਜਾਏਗੀ। ਮੋਦੀ ਸਾਹਿਬ ਕਿਰਪਾ ਕਰਕੇ ਜ਼ਰੂਰ ਮਨ ਦੀ ਬਾਤ ਵਿੱਚ ਆ ਕੇ ਇਹ ਗੱਲਾਂ ਜਿਹੜੀਆਂ ਮੈਂ ਛੋਟੀਆਂ ਕੀਤੀਆਂ ਨੇ, ਇਹ ਦੇਸ਼ ਹਿੱਤ ਵਿੱਚ ਨੇ ਜਾਂ ਕਿਵੇਂ ਆ, ਇਹ ਇਸ ਬਾਰੇ ਤੁਸੀਂ ਖੁਲਾਸੇ ਕਰੋ। ਤੁਸੀਂ ਖੁਲਾਸੇ ਕਰੋਗੇ, ਦੇਸ਼ ਤੁਹਾਡੀ ਗੱਲ ਨੂੰ ਸੋਚੇਗਾ, ਸਮਝੇਗਾ। ਔਰ ਸਮਝਣ ਲਈ ਜਿਹੜਾ ਜੇ ਉਹ ਕੋਈ ਕੰਮ ਜਾਂ ਉਪਰਾਲਾ ਨਹੀਂ ਕਰਦਾ ਤੇ ਫਿਰ ਤੁਹਾਡੇ ਕੋਲ 4 ਕਬੂਤਰ ਹੈਗੇ ਨੇ, 4 ਬਾਜ਼ ਹੈਗੇ ਨੇ, ਉਹਨਾਂ ਨੂੰ ਛੱਡ ਦਿਓ, ਜਿਨ੍ਹਾਂ ਵਿੱਚ ED ਐਨਫੋਰਸਮੈਂਟ ਡਾਇਰੈਕਟਰ ਜਿਹਨੂੰ ਕਿਹਾ ਜਾਂਦਾ, ਇਨਕਮ ਟੈਕਸ ਜਿਹਦੇ ਵਿੱਚ NIA ਹੈਗੀ ਹੈ, ਜਿਹਦੇ ਵਿੱਚ CBI ਹੈਗੀ ਹੈ। ਇਹ ਚਾਰੇ ਤੋਤੇ ਜਿਹੜੇ ਨੇ, ਇਹਨਾਂ ਨੂੰ ਦੇਸ਼ ਦੇ ਲੋਕਾਂ ਦੇ ਵੱਲ ਉਸੇ ਤਰ੍ਹਾਂ ਹੁੱਕ ਕਰਾ ਦਿਓ, ਉਸੇ ਤਰ੍ਹਾਂ ਹੁਸ਼ ਕਰਾ ਦਿਓ ਜਿਵੇਂ ਕਿਸੇ ਨੂੰ ਇਹ ਕਿਹਾ ਜਾਂਦਾ, ਕਿਸੇ ਕੁੱਤੇ ਨੂੰ ਕਿਸੇ ਦੇ ਪਿੱਛੇ ਪਵਾਉਣਾ ਹੋਵੇ ਤੇ ਉਹਨੂੰ ਇਹ ਕਿਹਾ ਜਾਂਦਾ ਰੌਕੀ ਹੁਸ਼। ਜਦੋਂ ਰੌਕੀ ਹੁਸ਼ ਹੁੰਦਾ ਤੇ ਫਿਰ ਉਹ ਜਿਹੜਾ ਰੌਕੀ ਹੈ ਫਿਰ ਉਹਨੂੰ ਅੱਗੇ ਭਜਾ ਕੇ ਤੇ ਮੱਲਾ ਪਾਰ ਕਰਾ ਕੇ ਹੀ ਆਉਂਦਾ। ਹੁਣ ਤੁਸੀਂ ਦੇਸ਼ ਦੇ 130 ਕਰੋੜ ਵਾਸੀਆਂ ਨੂੰ ਕਿਵੇਂ ਜਿਹੜਾ ਦੇਸ਼ ਪਾਰ ਕਰਾਓਗੇ, ਇਹ ਤੁਹਾਡੇ ਲਈ ਇੱਕ ਬੜਾ ਵੱਡਾ ਸਵਾਲ ਬਣਦਾ ਜਾ ਰਿਹਾ। ਇਹਦੇ ਤੇ ਦੇਸ਼ ਤੁਹਾਡੀ ਇਕਾਗਰਤਾ ਮੰਗਦਾ, ਦੇਸ਼ ਦੀ ਏਕਤਾ ਇਹ ਤੁਹਾਡੇ ਤੋਂ ਸਵਾਲ ਮੰਗਦੀ ਹੈ, ਜਵਾਬ ਮੰਗਦੀ ਹੈ ਕਿ ਤੁਸੀਂ ਇਸ ਦੇ ਉੱਤੇ ਜੇ ਚਾਨਣਾ ਪਾਓ ਤੇ ਇਹ ਇੱਕ ਤੁਹਾਡੀ ਬੜੀ ਵੱਡੀ ਪ੍ਰਾਪਤੀ ਹੋਏਗੀ। ਮੋਦੀ ਸਾਹਿਬ ਤੁਹਾਡੇ ਧੰਨਵਾਦੀ ਹਾਂ ਕਿ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਨਵੀਆਂ ਪਰਿਭਾਸ਼ਾ ਬਣਾ ਰਹੇ ਹੋ, ਉਹਦੇ ਮੁਤਾਬਕ ਤੁਸੀਂ ਸੁਪਰੀਮ ਕੋਰਟ ਦੇ ਜਿਹੜੇ ਇੱਕ ਬੈਂਚ ਹੈ, ਦਿੱਲੀ ਵਿੱਚ ਸੀਟ ਹੈ, ਪ੍ਰਿੰਸੀਪਲ ਸੀਟ ਹੈ, ਕਾਨੂੰਨ ਦੀਆਂ ਧੱਜੀਆਂ ਕਿਵੇਂ ਉਡਾਉਣ ਜਾ ਰਹੇ ਹੋ ਔਰ ਉਹਦੇ ਬਾਰੇ ਬਿੱਲ ਕਿਵੇਂ ਲਿਆ ਰਹੇ ਹੋ ਲੋਕ ਸਭਾ ਦੇ ਵਿੱਚ। ਉਹ ਬਿੱਲ ਪੈਂਡਿੰਗ ਹੈ ਜਾਂ ਪਾਰਤ ਹੋ ਗਿਆ, ਇਹ ਤੁਸੀਂ ਦੱਸੋਗੇ ਕਿ ਸੁਪਰੀਮ ਕੋਰਟ ਦੇ 4 ਬੈਂਚ ਨਾਰਥਰਨ, ਈਸਟਰਨ, ਸਾਊਥਰਨ ਐਂਡ ਵੈਸਟਰਨ ਬਣਾਏ ਜਾ ਰਹੇ ਨੇ। ਇਹ ਦੇਸ਼ ਦੀ ਏਕਤਾ ਜਾਂ ਅਖੰਡਤਾ ਦੇ ਵਿੱਚ ਕੀ ਯੋਗਦਾਨ ਪਾਉਣਗੇ, ਇਹ ਤੁਹਾਡੇ ਲਈ ਇੱਕ ਬੜਾ ਵੱਡਾ ਸਵਾਲ ਹੋਏਗਾ। ਜੇ ਜ਼ਿਆਦਾ ਨਹੀਂ ਤਾਂ ਤੁਸੀਂ ਇਸ ਬਾਰੇ
ਥੋੜਾ ਜਿਹਾ ਝਾਤੀ ਜਿਹੜੀ ਹੈ ਨਾ ਫਲਾਈਂਗ ਵਿਜ਼ਿਟ ਕਰਕੇ ਪਾਕਿਸਤਾਨ ਦੀ ਕਰ ਲਓ, ਜਿੱਥੇ ਕਈ ਬੈਂਚ ਨੇ ਮਾਨਯੋਗ ਸੁਪਰੀਮ ਕੋਰਟ ਪਾਕਿਸਤਾਨ ਦੇ, ਤੇ ਉਹਨਾਂ ਦੀ ਕਾਰਗੁਜ਼ਾਰੀ ਕੀ ਹੈ। ਤੁਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਮੈਂ ਇਹ ਸਮਝਦਾ ਕਿ ਇੱਕ ਬੜੀ ਵੱਡੀ ਕੁਰਬਾਨੀ ਦੇ ਰਹੇ ਹੋ, ਤੇ ਇਹ ਕੁਰਬਾਨੀ ਜਿਹੜੀ ਹੈ ਤੁਹਾਡੀ ਸੁਨਹਿਰੀ ਅੱਖਰਾਂ ਵਿੱਚ ਲਿਖੀ ਜਾਏਗੀ ਜਾਂ ਕਾਲੇ ਅੱਖਰਾਂ ਵਿੱਚ ਲਿਖੀ ਜਾਏਗੀ, ਇਹ ਜਿਹੜਾ ਇਤਿਹਾਸ ਦੱਸੇਗਾ, ਇਤਿਹਾਸਕਾਰ ਦੱਸਣਗੇ। ਔਰ ਅੱਜ ਜੇ ਪਾਰਲੀਮੈਂਟ ਦੀਆਂ ਪ੍ਰੋਸੀਡਿੰਗਸ ਨੂੰ ਦੇਖਿਆ ਜਾਏ, ਪਾਰਲੀਮੈਂਟ ਦੇ ਵਿੱਚ ਤੁਹਾਡੀ ਸਰਕਾਰ ਦੇ ਪੈਰ ਨਹੀਂ ਲੱਗ ਰਹੇ, ਔਰ ਜਿਹੜਾ ਵਿਪਕਸ਼ ਹੈ ਉਹ ਜਵਾਬ ਮੰਗ ਰਿਹਾ, ਔਰ ਹਾਲਾਤ ਹੈ ਇਸ ਵੇਲੇ ਜਿਹੜੇ ਮਾਨਯੋਗ ਲੋਕ ਅਦਾਲਤ ਜਿਹੜੀ ਹੈ, ਲੋਕ ਸਭਾ ਜਿਹੜੀ ਹੈ, ਲੋਕਾਂ ਦੀ ਅਦਾਲਤ ਜਿਹੜੀ ਹੈ ਉਹ ਲੋਕ ਸਭਾ, ਤੇ ਲੋਕ ਸਭਾ ਜਿਹੜੀ ਹੈ ਉਹ ਲੋਕਾਂ ਦੀ ਅਦਾਲਤ ਹੈ। ਉਹਦੇ ਵਿੱਚ ਜਿਹੜੇ ਪ੍ਰਤੀਨਿਧ ਨੇ ਉਹ ਜਿਹੜੇ ਸਵਾਲ ਉਠਾ ਰਹੇ ਨੇ, ਤੁਸੀਂ ਔਰ ਤੁਹਾਡੇ ਮੰਤਰੀਆਂ ਦੀ ਟੀਮ ਜਿਹੜੀ ਹੈ, ਜਾਂ ਉਹਨਾਂ ਨੂੰ ਜੇ ਇਹ ਕਿਹਾ ਜਾਏ ਕਿ ਉਹਨਾਂ ਵਿਚਾਰਿਆਂ ਨੂੰ ਸਮਝ ਨਹੀਂ ਲੱਗ ਰਹੀ, ਥਿੰਕ ਟੈਂਕ ਵੀ ਇੱਕ ਵਿਚਾਰਾ ਕਿੰਨੀ ਕੁ ਮਦਦ ਕਰ ਲਏਗਾ ਤੁਹਾਡੀ, ਕਿੰਨਿਆਂ ਕੁ ਮੰਤਰੀਆਂ ਦੇ ਉਹ ਸਵਾਲ ਜਵਾਬ ਲਿਖ ਲਏਗਾ, ਕਿੰਨਿਆਂ ਕੁ ਮੰਤਰੀਆਂ ਨੂੰ ਉਹ ਗਾਈਡ ਕਰ ਲਏਗਾ। ਤੁਸੀਂ ਇਸ ਬਾਰੇ ਵੀ ਜੇ ਜ਼ਿਕਰ ਕਰੋ, ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ। ਅਸੀਂ ਦੇਸ਼ ਦੇ ਵਾਸੀ ਹਾਂ, ਅਸੀਂ ਤੁਹਾਡੀ ਸੁੱਖ ਮੰਗਦੇ ਹਾਂ, ਆਪਣੇ ਦੇਸ਼ ਦੀ ਸੁੱਖ ਮੰਗਦੇ ਹਾਂ, ਆਪਣੇ ਦੇਸ਼ ਦੀ ਏਕਤਾ ਜਿਹੜੀ ਹੈ ਉਹਨੂੰ ਬਰਕਰਾਰ ਰੱਖਣ ਦੇ ਵਿੱਚ ਯੋਗਦਾਨ ਮੰਗਦੇ ਹਾਂ। ਜੇ ਤੁਸੀਂ ਇਸ ਯੋਗਦਾਨ ਨੂੰ ਥੋੜਾ ਜਿਹਾ ਵੀ ਅੱਗੇ ਵਧਾਓਗੇ ਤੇ 2024 ਤੁਹਾਡੇ ਲਈ ਸੰਕਟ ਦੀ ਘੜੀ ਨਹੀਂ ਤਾਂ 2024 ਜਿਹੜਾ ਤੁਹਾਡੇ ਲਈ ਖਤਰੇ ਦੀ ਘੰਟੀ ਵੱਜ ਚੁੱਕੀ ਹੈ। ਜਿਹੜੀ ਘੰਟੀ ਵੱਜੀ ਹੈ ਉਹ ਪੰਜਾਬ ਵਿੱਚੋਂ ਸ਼ੁਰੂ ਹੋਈ ਸੀ, ਬੰਗਾਲ ਵਿੱਚ ਜਾ ਕੇ ਚੰਗੀ ਤਰ੍ਹਾਂ ਵੱਜੀ ਸੀ ਇਲੈਕਸ਼ਨ ਦੇ ਵਿੱਚ, ਤੇ ਇਸ ਵੇਲੇ ਜਿਹੜੇ ਬੀਜੇਪੀ ਦੇ ਵਰਕਰ ਜਿੰਨੇ ਵੀ ਨੇ ਜਾਂ ਜਿੰਨੇ ਵੀ ਲੀਡਰ ਨੇ, ਉਹਨਾਂ ਨੂੰ ਪਬਲਿਕ ਨੂੰ ਫੇਸ ਕਰਨਾ ਬੜਾ ਔਖਾ ਹੋ ਰਿਹਾ ਹੈ। ਤੁਸੀਂ ਆਲ ਇੰਡੀਆ ਰੇਡੀਓ ਤੇ ਮਨ ਦੀ ਬਾਤ ਕਰਕੇ ਨਿਕਲ ਜਾਂਦੇ ਹੋ, ਟੀਵੀ ਦੇ ਉੱਤੇ ਧੱਕੇ ਨਾਲ ਆ ਜਾਂਦੇ ਹੋ, ਤੁਸੀਂ ਲੋਕ ਨਹੀਂ ਸੁਣਨਾ ਚਾਹੁੰਦੇ, ਲੋਕ ਸਵਿਚ ਆਫ ਕਰ ਜਾਂਦੇ ਨੇ। ਅਜਿਹੇ ਹਾਲਾਤ ਤੁਹਾਡੇ ਲਈ ਕਿਉਂ ਪੈਦਾ ਹੋ ਰਹੇ ਨੇ, ਜਰਾ ਇਹਦੇ ਬਾਰੇ ਵੀ ਮਨ ਦੀ ਬਾਤ ਕਰ ਦਿਓ, ਤੁਹਾਡੇ ਅਤੀ ਧੰਨਵਾਦੀ ਹੋਵਾਂਗੇ। ਜ਼ਿਆਦਾ ਨਾ ਕਹਿੰਦਾ ਹੋਇਆ, ਅੱਜ ਗੱਲਾਂ ਇੰਨੀਆਂ ਕੋਈ ਕਰਨੀਆਂ, ਜਿਹੜੀ ਮਿਹਨਤ ਹੈ ਉਸ ਮਿਹਨਤ ਦਾ ਮੁੱਲ ਪਾਇਆ ਕਰੋ, ਆਪਣੀ ਚੌਧਰ ਨਾ ਵਧਾਇਆ ਕਰੋ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ, ਤੁਹਾਨੂੰ ਚੰਗੀ ਲੱਗੀ ਹੈ ਆਪਣੇ ਮਿੱਤਰਾਂ ਸੱਜਣਾਂ ਨੂੰ ਬੇਨਤੀ ਕਰਨਾ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਦੇਸ਼ ਦੇ ਕੋਨੇ-ਕੋਨੇ ਤੱਕ ਇਸ ਚੈਨਲ ਨੂੰ ਪਹੁੰਚਾਓ। ਤੁਹਾਡਾ ਧੰਨਵਾਦੀ ਹਾਂ। ਜਗਮੋਹਨ ਸਿੰਘ ਪੱਟੀ।